गुरु सवारी साध संगत जी, आपां 35 पौड़ियां तक विचार सरवण कर ਲਈ है। ਅੱਗੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ। 36ਵੀਂ ਪੌੜੀ ਹੈ ਜੋ ਕਿ ਨੇਤਰਾਂ ਨੂੰ ਸੰਬੋਧਨ ਕਰਕੇ ਗੁਰੂ ਪਾਤਸ਼ਾਹ ਜੀ ਗੱਲ ਕਰ ਰਹੇ ਨੇ। ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ, ਹਰ ਇੱਕ ਹੈ, ਹਰ ਬਿਨ ਅਵਰ ਨ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਸੋ ਪਾਤਸ਼ਾਹ ਜੀ ਨੇ ਇੱਥੇ ਨੇਤਰਾਂ ਨੂੰ ਸੰਬੋਧਨ ਕੀਤਾ ਹੈਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। हे ਮੇਰੇ ਅੱਖਿਓ, हे ਮੇਰੀਆਂ ਅੱਖਿਓ, ਪਰਮਾਤਮਾ ਨੇ ਤੁਹਾਡੇ ਅੰਦਰ ਆਪਣੀ ਜੋਤ ਟਿਕਾਈ ਹੈ, ਤਾਈਏ ਤੁਸੀਂ ਵੇਖਣ ਜੋਗੀਆਂ ਹੋ ਗਈਆਂ, ਜਿੱਧਰ ਤੱਕਦੀਆਂ ਹੋ। ਪਾਤਸ਼ਾਹ ਕਹਿੰਦੇ ਨੇ ਤੁਹਾਨੂੰ ਚਾਹੀਦਾ ਹੈਗਾ ਕਿ ਹਰ ਬਿਨ ਅਵਰ ਨਾ ਦੇਖੋ ਕੋਈ, ਪਰਮਾਤਮਾ ਦਾ ਹੀ ਦੀਦਾਰ ਕਰੋ, ਜਿਸ ਪਾਸੇ ਵੀ ਦੇਖੋ ਉਸ ਤੱਕਣੀ ਵਿੱਚ ਤੁਹਾਡੀ ਵਿੱਚ ਪਰਮਾਤਮਾ ਹੀ ਨਜ਼ਰ ਆਉਣਾ ਚਾਹੀਦਾ ਹੈਗਾ। ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਪਰਮਾਤਮਾ ਤੋਂ ਬਿਨਾ ਹੋਰ ਕੋਈ ਗੈਰ ਨਾ ਦਿਸੇ, ਨਿਗਾਹ ਨਾਲ ਹਰੀ ਨੂੰ ਵੇਖੋ। ਤੁਹਾਨੂੰ ਸਾਰੇ ਪਾਸੇ ਇਹੀ ਨਜ਼ਰ ਆਣਾ ਚਾਹੀਦਾ ਹੈ। ਚੇਤੇ ਔਰਤ ਮਰਦਾਂ ਸਾਜੇ, ਇਹ ਸਭ ਰੂਪ तुम्हारे, ਹਰੀ ਦਾ ਹੀ ਰੂਪ ਤੁਹਾਨੂੰ ਨਜ਼ਰ ਆਣਾ ਚਾਹੀਦਾ ਹੈਗਾ। ਕਿਉਂਕਿ ਅੱਖਾਂ ਦਾ ਬਹੁਤ ਵੱਡਾ ਕਸੂਰ ਹੁੰਦਾ ਹੈ, ਨੇਤਰਾਂ ਦੇ ਰਾਹੀਂ ਵੀ ਵਿਕਾਰ ਅੰਦਰ ਜਾਂਦੇ ਨੇ, ਸੋ ਮਲੀਨਤਾ ਅੰਦਰ ਜਾਂਦੀ ਹੈ। ਤੁਹਾਡੀ ਦ੍ਰਿਸ਼ਟੀ ਮਲੀਨ ਨਹੀਂ ਹੋਣੀ ਚਾਹੀਦੀ, ਤੁਹਾਡੀ ਦ੍ਰਿਸ਼ਟੀ ਵਿੱਚ ਅੰਮ੍ਰਿਤ ਹੋਣਾ ਚਾਹੀਦਾ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਕਹਿੰਦੇ ਨੇ, ਅੱਖੀਓ ਤੱਕਣਾ ਬਾਣ ਤੁਹਾਡੀ, ਕੌਣ ਕਹੇ ਤੁਸੀਂ ਤੱਕੋ ਨਾ। ਤੱਕੋ ਨਹੀਂ ਤੁਸੀਂ ਜਮ ਜਮ ਤੱਕੋ, ਜਗਤ ਤਮਾਸ਼ਾ ਜਮ ਜਮ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਿਓ, ਮੈਲੀਆਂ ਮੂਲ ਨਾ ਹੋਇਓ ਜੇ, ਜੀਵਨ ਦਾਤੇ ਦੇ ਅੰਮ੍ਰਿਤ ਨੂੰ ਤੁਸੀਂ ਜ਼ਹਿਰ ਬਣਾ ਕੇ ਫੱਕੋ ਨਾ। ਇਸ ਕਰਕੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਪਹਿਲਾਂ ਹੀ ਸਾਨੂੰ ਅਹਿਸਾਸ ਕਰਾ ਦਿੱਤਾ ਕਿ ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਪਰਮਾਤਮਾ ਤੋਂ ਬਿਨਾ ਹੋਰ ਕੋਈ ਗੈਰ ਨਾ ਦਿਸੇ, ਨਿਗਾਹ ਨਾਲ ਹਰੀ ਨੂੰ ਵੇਖੋ। ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹਨੂੰ ਇਹੋ ਨਹੀਂ ਪੜਨਾ, ਇਹ ਫਸਟ ਪਰਸਨ ਵਿੱਚ ਲਿਖਿਆ ਹੋਇਆ ਇੱਕ ਵਚਨ, ਤੋਂ ਇਸ ਕਰਕੇ ਇਹਨੂੰ ਇਹ ਪੜਨਾ ਹੈਗਾ। ਪਾਤਸ਼ਾਹ ਕਹਿੰਦੇ ਨੇ, हे ਮੇਰੀਆਂ ਅੱਖਿਓ, ਇਹ ਸਾਰਾ ਸੰਸਾਰ ਜੋ ਤੁਸੀਂ ਵੇਖ ਰਹੀਆਂ ਹੋ, ਇਹ ਪ੍ਰਭੂ ਦਾ ਹੀ ਰੂਪ ਹੈ, ਪ੍ਰਭੂ ਦਾ ਹੀ ਰੂਪ ਦਿਸ ਰਿਹਾ ਹੈਗਾ। ਗੁਰਦੇਵ ਕਹਿੰਦੇ ਨੇ, ਹਰ ਰੂਪ ਨਦਰੀ ਆਇਆ। ਜਿੱਧਰ ਪਾਸੇ ਵੇਖੋਗੇ ਹਰ ਪਾਸੇ ਪ੍ਰਭੂ ਦਾ ਰੂਪ ਦਿਸੇਗਾ। ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ, ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ ਚੁਫੇਰੇ ਵੇਖਦਾ ਹਾਂ, ਹਰ ਥਾਂ ਇੱਕ ਪਰਮਾਤਮਾ ਹੀ ਦਿਸਦਾ ਹੈਗਾ, ਉਸ ਤੋਂ ਬਿਨਾ ਹੋਰ ਕੁਝ ਨਹੀਂ ਦਿਸਦਾ ਹੈ। ਕਹਿ ਨਾਨਕ ਇਹ ਨੇਤਰ ਅੰਧ ਸੇ, ਸਤਗੁਰ ਮਿਲੈ ਦਿਵ ਦ੍ਰਿਸ਼ਟ ਹੋਈ। ਪਾਤਸ਼ਾਹ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਕਿ ਗੁਰੂ ਨੂੰ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅਸਲ ਵਿੱਚ ਅੰਨੀਆਂ ਸਨ। ਜਦੋਂ ਗੁਰੂ ਮਿਲਿਆ, ਇਹਨਾਂ ਵਿੱਚ ਰੋਸ਼ਨੀ ਆਈ, ਇਹਨਾਂ ਨੂੰ ਹੋਰ ਥਾਂ ਪਰਮਾਤਮਾ ਜਿਹੜਾ ਇਹਨਾਂ ਨੂੰ ਹਰ ਥਾਂ ਤੇ ਪਰਮਾਤਮਾ ਦਿਸਣ ਲੱਗ ਪਿਆ। ਇਹ ਦੀਦਾਰ ਆਨੰਦ ਮੂਲ ਹੈ। ਪਾਓ ਗੁਰੂ ਨੇ ਇਹੋ ਜੀ ਦਿਵ ਦ੍ਰਿਸ਼ਟੀ ਦੇ ਦਿੱਤੀ ਹੈ। ਹਰ ਪਾਸੇ ਹੁਣ ਈਬੈ ਬੀਠੁਲ ਉਬੈ ਬੀਠੁਲ, ਬੀਠੁਲ ਬਿਨ ਸੰਸਾਰ। ਹੁਣ ਜਾ ਜਾ ਪੇਖੋਂ ਤਾਂ ਹਜੂਰ, ਦੂਰ ਕਤੋ ਨਾ ਜਾਈ, ਰੱਬ ਰਿਹਾ ਸਰਬੱਤ ਮੈਂ ਮਨ ਸਦਾ ਤੇ। ਹੁਣ ਇੱਕ ਓੰਕਾਰ ਦੀ ਜਿਹੜੀ ਅਸਲ ਵਿਚਾਰਧਾਰਾ ਹੈ, ਉਹ ਇਹਨੂੰ ਸਮਝ ਆ ਗਈ ਹੈ ਕਿ ਇੱਕ ਹੋਣ ਦੇ ਬਾਵਜੂਦ ਵੀ ਉਹ ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਵਸਿਆ ਹੋਇਆ। ਇਹਨੂੰ ਸਮਝ ਆ ਗਈ ਹੈ, ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ। ਹਰ ਪਾਸੇ ਉਹ ਰੱਬ ਨਜ਼ਰ ਆਉਂਦਾ ਹੈਗਾ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ, ਅੱਗੇ ਕੰਨਾਂ ਨੂੰ ਸੰਬੋਧਨ ਕਰ ਰਹੇ ਨੇ, ਇਹ ਸਵਰਨੋ ਮੇਰਿਓ
साचै सुनने नो पठाए, साचै सुनने नो पठाए, शरीर लाए सुनहो सत बाणी, जित सुनी मन तन हरिया हुआ, रसना रस समाणी, सच अलख विडाणी, ताकि गत कही ना जाए, कह नानक ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੈ ਸੁਣਨੇ ਨੋ ਪਠਾਏ। ਪਾਤਸ਼ਾਹ ਕਹਿੰਦੇ ਨੇ ਕੰਨਾਂ ਨੂੰ ਆਵਾਜ਼ ਮਾਰ ਕੇ, ਹੀ ਮੇਰੇ ਕੰਨੋਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣਨ ਵਾਸਤੇ ਬਣਾਇਆ ਤੁਹਾਨੂੰ। ਇਹ ਸਵਰਨੋ ਮੇਰਿਓ ਸਾਚੈ ਸੁਣਨੇ ਨੋ ਪਠਾਏ। ਪਠਾਏ ਦਾ ਅਰਥ ਹੁੰਦਾ ਭੇਜਿਆ ਤੁਹਾਨੂੰ ਸਰੀਰ ਨਾਲ ਲਾ ਕੇ ਸੱਚ ਸੁਣਨ ਵਾਸਤੇ। ਸਾਚੈ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਭਾਈ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਸੁਣਿਆ ਕਰੋ। ਸਦਾ ਥਿਰ ਕਰਤਾਰ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈ, ਇਸ ਸਰੀਰ ਵਿੱਚ ਥਾਪਿਆ ਹੈਗਾ। ਜਿਤ ਸੁਣੀ ਮਨ ਤਨ ਹਰਿਆ ਹੁਆ, ਰਸਨਾ ਰਸ ਸਮਾਣੀ। ਗੰਦ ਮੰਦ ਸੁਣੋਗੇ ਤਾਂ ਕੋਈ ਤਬਦੀਲੀ ਨਹੀਂ ਆਣੀ, ਮਨ ਗੰਦ ਵਾਲੇ ਪਾਸੇ ਜਾਏਗਾ। ਜੇ ਸੱਚ ਸੁਣੋਗੇ ਤਾਂ ਕੀ ਹੋਵੇਗਾ? ਪਾਤਸ਼ਾਹ ਕਹਿੰਦੇ ਨੇ ਇਹਨਾਂ ਕੰਨਾਂ ਨਾਲ ਜਦੋਂ ਰੱਬੀ ਸਿਫਤ ਸਲਾਹ ਦੀ ਬਾਣੀ ਸੁਣੋਗੇ ਨਾ, ਤਨ ਮਨ ਆਨੰਦ ਨਾਲ ਭਰਪੂਰ ਹੋ ਜਾਏਗਾ, ਹਰਿਆ ਭਰਿਆ ਹੋ ਜਾਏਗਾ, ਜੀਵਨ ਆਨੰਦਿਤ ਹੋ ਜਾਏਗਾ, ਜੀਵ ਆਨੰਦ ਵਿੱਚ ਮਸਤ ਹੋ ਜਾਂਦੀ ਹੈ। ਪਾਤਸ਼ਾਹ ਕਹਿੰਦੇ ਨੇ ਰਸਨਾ ਦੇ ਉੱਤੇ ਆਨੰਦ ਵਸ ਜਾਏਗਾ, ਉਹ ਵੀ ਆਨੰਦ ਨਾਲ ਪ੍ਰਭੂ ਦਾ ਸਿਮਰਨ ਕਰਨ ਲੱਗ ਪਏਗੀ, ਜੁਟ ਜਾਏਗੀ ਜਦੋਂ ਤੁਸੀਂ ਸੱਚ ਸੁਣੋਗੇ ਤਾਂ। ਕਿਉਂਕਿ ਜੋ ਸੁਣੇਗਾ ਬੰਦਾ ਉਹੀ ਅਲਾਏਗਾ, ਤੇ ਉਹੀ ਬੋਲੇਗਾ। ਸੋ ਇਸ ਕਰਕੇ ਸੱਚ ਸੁਣਨਾ ਹੈਗਾ ਤੇ ਸੱਚੀ ਜੀਵ ਤੋਂ ਬੋਲਣਾ ਹੈਗਾ। ਗੁਰਦੇਵ ਕਹਿੰਦੇ ਨੇ ਸੱਚ ਅਲਖ ਵਿਡਾਣੀ, ਤਾਂ ਕਿ ਗਤ ਕਹੀ ਨਾ ਜਾਏ। ਸੋ ਗੁਰਦੇਵ ਪਾਤਸ਼ਾਹ ਕਹਿਣ ਲੱਗੇ ਸਦਾ ਥਿਰ ਪਰਮਾਤਮਾ ਤਾਂ ਆਚਰਜ ਰੂਪ ਹੈ, ਉਸਦਾ ਕੋਈ ਚਿੰਨ ਚੱਕਰ ਦਿਸਿਆ ਨਹੀਂ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਕਿਹੋ ਜਿਹਾ ਹੈਗਾ। ਪਾਤਸ਼ਾਹ ਕਹਿੰਦੇ ਨੇ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ, ਪਵਿੱਤਰ ਹੋਵੋ, ਸਾਚੈ ਸੁਣਨੇ ਨੋ ਪਠਾਏ। ਫਿਰ ਇਹਨਾਂ ਕੰਨਾਂ ਨੂੰ ਹਿਦਾਇਤ ਦੇ ਰਹੇ ਨੇ ਗੁਰਦੇਵ ਪਾਤਸ਼ਾਹ, ਉਸਦੇ ਗੁਣ ਕਹਿਣ ਸੁਣਨ ਨਾਲ ਸਿਰਫ ਇਹੀ ਲਾਭ ਹੁੰਦਾ ਹੈ ਕਿ ਮਨੁੱਖ ਨੂੰ ਆਨੰਦ ਪ੍ਰਾਪਤ ਹੋ ਜਾਂਦਾ ਹੈ। ਤਾਈਏ ਗੁਰੂ ਅਮਰਦਾਸ ਮਹਾਰਾਜ ਆਖਦੇ ਨੇ ਕਿ ਆਤਮਿਕ ਆਨੰਦ ਦੇਣ ਵਾਲਾ ਨਾਮ ਸੁਣਿਆ ਕਰੋ, ਤੁਸੀਂ ਪਵਿੱਤਰ ਹੋ ਜਾਓਗੇ। ਪਰਮਾਤਮਾ ਨੇ ਤੁਹਾਨੂੰ ਇਹੀ ਸੁਣਨ ਵਾਸਤੇ ਬਣਾਇਆ ਹੈਗਾ। ਸੋ ਗੁਰਦੇਵ ਮਹਾਰਾਜ ਕਹਿੰਦੇ ਨੇ ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਯਾਦ ਰੱਖਣਾ, ਚੇਤੇ ਰੱਖਣਾ, ਇੱਥੇ ਪਵਨ ਸ਼ਬਦ ਆ ਰਿਹਾ, ਅੱਗੇ ਪੌਣ ਆਏਗਾ, ਦੋਨਾਂ ਨੂੰ ਨੋਟ ਕਰ ਲੈਣਾ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਵਜਾਇਆ ਬਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦਵਾਰ ਦਿਖਾਇਆ, ਤਹ ਅਨੇਕ ਰੂਪ ਨਾਉ ਨਵ ਨਿਤ, ਤਿਸ ਦਾ ਅੰਤ ਨ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ, ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਸੋ ਮੇਰੇ ਮਾਲਕ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਕਿ ਹਰ ਜੀਓ ਗੁਫਾ ਅੰਦਰ ਰੱਖ ਕੇ, ਹਰ ਤੇ ਥੋੜਾ ਜਿਹਾ ਰੁਕਣਾ ਹੈ, ਹਰ ਜੀਓ ਗੁਫਾ ਅੰਦਰ ਰੱਖ ਕੇ। ਹਰ ਜੀਓ ਇਕੱਠਾ ਪਾਠ ਨਹੀਂ, ਕਈ ਵਾਰ ਸਾਨੂੰ ਇਹ ਸ਼ਬਦ ਕਰਕੇ ਹਰੀ ਜੀਓ ਕਿਹਾ ਗਿਆ, ਪਰ ਜੀਓ ਦਾ ਇੱਥੇ ਅਰਥ ਹੈ ਜਿੰਦ, ਹਰ ਜੀਓ, ਠੀਕ ਹੈ, ਅਲੱਗ ਅਲੱਗ ਪੜਨਾ ਹੈਗਾ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਰਮਾਤਮਾ ਨੇ ਜਿੰਦ ਨੂੰ ਸਰੀਰ ਗੁਫਾ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪੌਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ। ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ ਹੈ। ਨੱਕ ਕੰਨ ਆਦ ਨੌ ਕਰਮ ਇੰਦਰੀਆਂ ਪ੍ਰਥਕ ਤੌਰ ਤੇ ਬਣਾਈਆਂ ਹਨ। ਜੋ ਨੌ ਦੁਆਰੇ ਨੇ, ਪਾਤਸ਼ਾਹ ਕਹਿੰਦੇ ਨੇ ਨੌ ਗੋਲਕਾਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ, ਮੂੰਹ ਕੰਨ ਅੱਖ ਦੋ ਦੋ, ਇੱਕ ਮੂੰਹ, ਨਾਸਾਂ ਗੁੱਦਾ ਲਿੰਗ, ਕਹਿਣ ਲੱਗੇ ਇਸ ਤਰ੍ਹਾਂ ਇਹ ਨੱਕ ਕੰਨ ਆਦ ਨੌ ਕਰਮ ਇੰਦਰੀਆਂ ਪ੍ਰਥਕ ਤੌਰ ਤੇ ਬਣਾ ਦਿੱਤੀ। ਦਸਵਾਂ ਦਰ ਦਿਮਾਗ ਨੂੰ ਲੁਕਮਾ ਰੱਖਿਆ ਹੈਗਾ, ਇੱਥੇ ਦਸਵਾਂ ਦਿਮਾਗ ਦਰ ਲੁਕਮਾ ਰੱਖਿਆ। ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ। ਪਾਤਸ਼ਾਹ ਕਹਿੰਦੇ ਨੇ
ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸ਼ਰਧਾ ਬਖਸ਼ੀ ਹੈ, ਉਹਨਾਂ ਨੂੰ ਦਸਵਾਂ ਦਰ ਵੀ ਵਿਖਾ ਦਿੱਤਾ ਹੈ। ਉਹਨਾਂ ਨੂੰ ਸਿਮਰਨ ਦੀ ਵਿਚਾਰ ਸੱਤਿਆ ਵੀ ਦੇ ਦਿੱਤੀ ਹੈ, ਜੋ ਆਤਮਿਕ ਆਨੰਦ ਦਾ ਮੂਲ ਹੈਗਾ ਹੈ। ਠੀਕ ਹੈ ਜੀ। ਸੋ ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਕੀਤਾ ਹੈਗਾ, ਪਿਆਰ ਪੈਦਾ ਕੀਤਾ ਹੈ, ਨਾਮ ਜਪਣ ਦਾ ਉਤਸ਼ਾਹ ਪੈਦਾ ਕੀਤਾ ਹੈਗਾ, ਗੁਰਦੇਵ ਪਾਤਸ਼ਾਹ ਕੇ ਉਹਨਾਂ ਨੂੰ ਦਸਵਾਂ ਦਵਾਰ ਦਿਖਾ ਦਿੰਦਾ ਹੈਗਾ। ਤਹਿ ਅਨੇਕ ਰੂਪ ਨਾਮ ਨਵ ਨਿਧ, ਤਿਸ ਦਾ ਅੰਤ ਨ ਜਾਈ ਪਾਇਆ। ਉਸ ਅਵਸਥਾ ਵਿੱਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿੱਚ ਵਿਆਪਕ ਪ੍ਰਭੂ ਦਾ ਉਹ ਨਾਮ ਰੂਪਾਂ 9 ਖਜ਼ਾਨਿਆਂ ਦਾ ਭੰਡਾਰ ਵੀ ਪ੍ਰਾਪਤ ਹੋ ਜਾਂਦਾ ਹੈ, ਜਿਸ ਦਾ ਅੰਤ ਨਹੀਂ ਪੈ ਸਕਦਾ, ਕਦੇ ਨਾ ਮੁੱਕਣ ਵਾਲਾ ਨਾਮ ਵੀ ਪ੍ਰਾਪਤ ਹੋ ਜਾਂਦਾ ਹੈਗਾ। ਕਹਿ ਨਾਨਕ ਹਰ ਪਿਆਰੇ ਜਿਉ ਗੁਫਾ ਅੰਦਰ ਰੱਖੈ, ਵਾਜਾ ਪਵਨ ਵਜਾਇਆ। ਨਾਨਕ ਆਖਦਾ ਹੈ ਕਿ ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ ਗੁਫਾ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਵੀ ਦੇ ਦਿੱਤੀ ਹੈ। ਇਹ ਪੌਣ ਰੂਪੀ ਬਾਜਾ ਜਿਹਨੂੰ ਅਸੀਂ ਪੜ੍ਹਦੇ ਨਾ, ਜੋ ਬੁਲਾਵੇ ਤੂੰ ਬੋਲਾਂ ਸੁਆਮੀ ਕੁਦਰਤ ਕਵਣ ਹਮਾਰੀ, ਵੀ ਮੇਰੇ ਵਿੱਚ ਕੀ ਸ਼ਕਤੀ ਹੈ ਕਿ ਮੈਂ ਬੋਲ ਸਕਾਂ। ਉਹ ਪਰਮਾਤਮਾ ਨੇ ਸੱਤਾ ਪਾਈ, ਪੌਣ ਵਿੱਚ ਪਾਈ, ਤਾਂ ਮੈਂ ਬੋਲ ਰਿਹਾ ਹੈਗਾ, ਮੇਰੇ ਵਿੱਚ ਆਪਣੀ ਕੋਈ ਪਾਇਆ ਨਹੀਂ ਹੈ। ਪਾਤਸ਼ਾਹ ਕਹਿੰਦੇ ਨੇ ਉਹ ਮਾਲਕ ਹੀ ਆਪ ਇਹ ਦਾਤ ਬਖਸ਼ਿਸ਼ ਕਰਦਾ ਹੈਗਾ। ਸੋ ਗੁਰਦੇਵ ਪਾਤਸ਼ਾਹ ਜੀ, ਗੁਰਦੇਵ ਆਖਰੇ ਨੇ ਅਗਲੀ 29ਵੀਂ ਪੌੜੀ ਦੇ ਵਿੱਚ, ਇਹ ਸਾਚਾ ਸੁਹੇਲਾ ਸਾਚੈ ਘਰ ਗਾਵੋ, ਗਾਵੋ ਤਾਂ ਸੁਹੇਲਾ ਘਰ ਸਾਚੈ, ਜਿੱਥੈ ਸਦਾ ਸੱਚ ਧਿਆਵੇ, ਸੱਚੋ ਧਿਆਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਕਹਿ ਨਾਨਕ ਸੱਚ ਸੁਹੇਲਾ ਸੱਚੇ ਘਰ ਗਾਵੇ। ਸੋ ਪਿਆਰਿਓ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇਹੀ ਸਾਚਾ ਸੁਹੇਲਾ ਸਾਚੇ ਘਰ ਗਾਵੋ, ਇਹਦਾ ਪਾਠ ਹੈ ਗਾਵੋ। ਸੋ ਜਿਹੜੇ ਸ਼ਬਦ ਕਿਰਿਆਵਾਚੀ ਨੇ ਉਹਨਾਂ ਦੀ ਹਲਕੀ ਜਿਹੀ ਔਂਕੜ ਦਾ ਉਚਾਰਨ ਕਰਨਾ ਹੈਗਾ। ਗਿਆਨੀ ਜੀ ਨੇ ਆਪ ਜੀ ਨੂੰ ਵਿਆਕਰਨ 2 ਦਿਨ ਤੱਕ ਬੜੇ ਵਿਸਥਾਰ ਨਾਲ ਦੱਸੀ ਹੈਗੀ ਹੈ। ਜਿਹੜੇ ਸ਼ਬਦ ਨਾਉਨ ਹੁੰਦੇ ਨੇ ਉਹਨਾਂ ਦੀ ਔਂਕੜ ਨਹੀਂ ਬੁਲਾਈ ਜਾਂਦੀ, ਜਿਹੜੇ ਕਿਰਿਆਵਾਚੀ ਸ਼ਬਦ ਹੁੰਦੇ ਨੇ ਉਹਨਾਂ ਦੀ ਬੁਲਾਈ ਜਾਂਦੀ ਹੈਗੀ ਹੈ। ਸੋ ਗੁਰਦੇਵ ਪਾਤਸ਼ਾਹ ਇੱਥੇ ਬਖਸ਼ਿਸ਼ ਕਰ ਰਹੇ ਨੇ, ਕਹਿਣਗੇ ਪਰਮਾਤਮਾ ਦੀ ਸਿਫਤ ਸਲਾਹ ਦੀ ਇਹ ਬਾਣੀ ਸਾਧ ਸੰਗਤ ਵਿੱਚ ਬੈਠ ਕੇ ਗਾਵਿਆ ਕਰੋ। ਸੋਹਿਲੇ ਦਾ ਅਰਥ ਹੁੰਦਾ ਵੈਸੇ ਖੁਸ਼ੀ ਦੇ ਗੀਤ, ਆਤਮਿਕ ਆਨੰਦ ਦੇ ਗੀਤ, ਪ੍ਰਭੂ ਦੀ ਸਿਫਤ ਸਲਾਹ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸਤ ਸੰਗਤ ਵਿੱਚ ਬੈਠ ਕੇ ਉਸ ਮਾਲਕ ਦੀ ਸਿਫਤ ਸਲਾਹ ਕਰੋ। ਜਿਵੇਂ ਅਸੀਂ ਸੋਹਿਲੇ ਸਾਹਿਬ ਦੇ ਸ਼ੁਰੂ ਦੇ ਵਿੱਚ ਹੀ ਪੜ੍ਹਦੇ ਹਾਂ, ਜਿਵੇਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਗ ਗੋੜੀ ਦੀਪ ਕੀ ਮਹਿਲਾ ਪਹਿਲਾ, ਉੱਥੇ ਪਾਤਸ਼ਾਹ ਜੀ ਨੇ ਕਿਹਾ ਤਿਤ ਘਰ ਗਾਵੂ ਸੁਹੇਲਾ, ਸਿਵਰਿਓ ਸਿਰਜਣ ਹਾਰ। ਉਸ ਘਰ ਦੇ ਵਿੱਚ ਉਸ ਮਾਲਕ ਦੇ ਖੁਸ਼ੀ ਦੇ ਗੀਤ ਗਾਓ, ਪਾਓ ਸਤ ਸੰਗਤ ਰੂਪੀ ਘਰ ਦੇ ਵਿੱਚ। ਸੋ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਇੱਥੇ ਵੀ ਪਰਮਾਤਮਾ ਦੀ ਸਿਫਤ ਸਲਾਹ ਦੀ ਇਹ ਬਾਣੀ ਸਾਧ ਸੰਗਤ ਵਿੱਚ ਬੈਠ ਕੇ ਗਾਵਿਆ ਕਰੋ। ਗਾਵੋ ਤਾਂ ਸੁਹੇਲਾ ਘਰ ਸੱਚ ਹੈ, ਜਿੱਥੈ ਸਦਾ ਸੱਚ ਧਿਆਵੇ। ਪਾਤਸ਼ਾਹ ਕਹਿੰਦੇ ਨੇ ਉਸ ਸਤ ਸੰਗਤ ਵਿੱਚ ਆਤਮਿਕ ਆਨੰਦ ਦੇਣ ਵਾਲੀ ਬਾਣੀ ਗਾਵਿਆ ਕਰੋ, ਜਿੱਥੇ ਗੁਰਮੁਖ ਜਨ ਸਦਾ ਤੇ ਰਹਿਣ ਵਾਲੇ ਪ੍ਰਭੂ ਨੂੰ ਸਦਾ ਗਾਉਂਦੇ ਹਨ। ਸੱਚੋ ਧਿਆਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਗੁਰਦੇਵ ਕਹਿੰਦੇ ਨੇ ਹੇ ਪ੍ਰਭੂ, ਤੈਨੂੰ ਸਦਾ ਥਿਰ ਨੂੰ ਤਦੋਂ ਹੀ ਜੀਵ ਸਿਮਰਦੇ ਹਨ ਜਦੋਂ ਤੈਨੂੰ ਚੰਗੇ ਲੱਗਣ, ਜਿਨ੍ਹਾਂ ਨੂੰ ਤੂੰ ਗੁਰੂ ਦੇ ਰਾਹੀਂ ਇਹ ਸੂਝ ਬਖਸ਼ਦਾ ਹੈ, ਸਮਝ ਦੇਣਾ ਹੈਗਾ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵੇ। ਪਾਤਸ਼ਾਹ ਕਹਿੰਦੇ ਨੇ ਕਿ ਸਦਾ ਥਿਰ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ, ਜਿਸ ਜਿਸ ਉੱਤੇ ਉਹ ਮਿਹਰ ਕਰਦਾ ਹੈ ਉਹ ਜੀਵ ਤੈਨੂੰ ਪ੍ਰਾਪਤ ਕਰ ਲੈਂਦੇ ਹਨ। ਕਹਿ ਨਾਨਕ ਸੱਚ ਸੁਹੇਲਾ ਸੱਚੇ ਘਰ ਗਾਵੇ। ਪਾਤਸ਼ਾਹ ਕਹਿੰਦੇ ਨੇ ਇਹ ਨਾਨਕ ਆਖਦਾ ਹੈ ਉਹ ਸਤ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਸਿਫਤ ਸਲਾਹ ਵਾਲੀ ਬਾਣੀ ਗਾਉਂਦੇ ਹਨ, ਜਿਨ੍ਹਾਂ ਦੇ ਉੱਤੇ ਮਾਲਕ ਮਿਹਰ ਕਰਦਾ ਹੈ, ਬਖਸ਼ਿਸ਼ ਕਰਦਾ ਹੈ, ਰਹਿਮਤ ਕਰਦਾ ਹੈ। ਉਹ ਫਿਰ ਸਤ ਸੰਗਤ ਵਿੱਚ ਬਹਿ ਕੇ ਉਹ ਮਾਲਕ ਦੇ ਗੁਣ ਗਾਇਨ ਕਰਦੇ ਨੇ, ਖੁਸ਼ੀ ਦੇ ਗੀਤ ਗਾਇਨ ਕਰਦੇ ਹਨ। ਸੋ ਗੁਰਦੇਵ ਅਖੀਰਲੀ ਪੌੜੀ ਵਿੱਚ
ਬਖਸ਼ਿਸ਼ ਕਰ ਰਹੇ ਨੇ। ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਗੁਰ ਰਹਾ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਗੁਰਦੇਵ ਪਾਤਸ਼ਾਹ ਜੀ ਫਿਰ ਅਖੀਰ ਤੇ ਆਨੰਦ ਦੀ ਗੱਲ ਕਰ ਰਹੇ, ਜਾਂ ਮੈਂ ਕਹਿ ਲਵਾਂ ਤਤ ਨਿਚੋੜ ਦੱਸ ਰਹੇ ਨੇ ਆਨੰਦ ਦਾ। ਜਿਹੜੀ ਗੱਲ ਚੱਲੀ ਸੀ ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣੇ, ਉਹਦਾ ਤਤ ਸਾਰ ਦੱਸ ਰਹੇ ਨੇ। ਪਾਤਸ਼ਾਹ ਕਹਿੰਦੇ ਨੇ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਹੇ ਵੱਡੇ ਭਾਗਾਂ ਵਾਲਿਓ ਸੁਣੋ, ਆਨੰਦ ਇਹ ਹੈ ਕਿ ਉਸ ਅਵਸਥਾ ਵਿੱਚ ਮਨ ਦੀਆਂ ਸਾਰੀਆਂ ਦੌੜਾਂ ਮੁੱਕ ਜਾਂਦੀਆਂ ਹਨ, ਸਾਰੇ ਸੰਕਲਪ ਸਿਰੇ ਚੜ ਜਾਂਦੇ ਹਨ। ਸੋ ਭਾਈ ਇਹ ਅਵਸਥਾ ਜੋ ਮੰਨਦਾ ਉਹਨੂੰ ਪਤਾ ਹੈ। ਆਪਾਂ ਤੇ ਕੇਵਲ ਅੱਖਰੀ ਅਰਥ ਪੜ ਰਹੇ ਹਾਂ ਤੇ ਸੁਣ ਰਹੇ ਹੈਗੇ ਆ। ਜਦੋਂ ਇਹ ਅਧਿਆਤਮਿਕ ਅਵਸਥਾ ਵਿੱਚ ਅਸੀਂ ਗੁਜ਼ਰਾਂਗੇ ਫਿਰ ਅਸਲ ਵਿੱਚ ਸਾਨੂੰ ਅਹਿਸਾਸ ਹੋਏਗਾ ਕਿ ਆਨੰਦ ਕੀ ਹੈ। ਸੋ ਗੁਰੂ ਸਵਾਰਿਓ, ਗੁਰਦੇਵ ਪਾਤਸ਼ਾਹ ਕਹਿੰਦੇ ਨੇ ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਵਿਸੂਰੇ ਦਾ ਇੱਥੇ ਅਰਥ ਹੈ ਚਿੰਤਾ, ਝੋਰੇ, ਫਿਕਰ। ਸੰਤਾਪ ਦਾ ਅਰਥ ਹੈ ਕਲੇਸ਼। ਪਾਤਸ਼ਾਹ ਕਹਿੰਦੇ ਨੇ ਕਿ ਪਰਮ ਆਤਮਾ ਪ੍ਰਭੂ ਮਿਲ ਪੈਂਦਾ ਹੈ, ਸਾਰੇ ਚਿੰਤਾ ਝੋਰੇ ਮਨ ਤੋਂ ਲੈ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਚਿੰਤਾ ਫਿਕਰ ਸਭ ਦੂਰ। ਹੋਰ ਕੀ ਹੁੰਦਾ ਹੈ? ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਅਕਾਲ ਪੁਰਖ ਦੀ ਸਿਫਤ ਸਲਾਹ ਬਾਣੀ ਸੁਣਦਿਆਂ ਸਾਰੇ ਦੁੱਖ ਰੋਗ ਕਲੇਸ਼ ਮਿਟ ਜਾਂਦੇ ਹਨ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ। ਜਿਹੜੇ ਸੰਤ ਗੁਰਮੁਖ ਪੂਰੇ ਗੁਰੂ ਤੋਂ ਸਿਫਤ ਸਲਾਹ ਦੀ ਬਾਣੀ ਨਾਲ ਸਾਂਝੀ ਪਾਣੀ ਸਿੱਖ ਲੈਂਦੇ ਹਨ, ਪਾਓ ਉਹਨਾਂ ਦੇ ਹਿਰਦੇ ਖਿੜ ਜਾਂਦੇ ਨੇ। ਜਿਹੜੇ ਕਿ ਉਸ ਮਾਲਕ ਵਾਹਿਗੁਰੂ ਜੀ ਸਿਫਤ ਸਲਾਹ ਦੇ ਨਾਲ ਸਾਂਝ ਪਾਉਣੀ ਸਿੱਖ ਲੈਂਦੇ ਨੇ, ਪ੍ਰਭੂ ਨਾਲ ਸਾਂਝ ਪਾ ਲੈਂਦੇ ਨੇ, ਉਹਨਾਂ ਦਾ ਹਿਰਦਾ ਲਵਾਲਵ ਹਿਰਦਾ ਰਸ ਨਾਲ ਭਰਪੂਰ ਹੋ ਜਾਂਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਸੁਣਤੇ ਪੁਨੀਤ ਕਹਤੇ ਪਵਿੱਤ, ਸਤਗੁਰ ਰਿਹਾ ਭਰ ਪੂਰੇ। ਇਸ ਬਾਣੀ ਨੂੰ ਸੁਣਨ ਵਾਲੇ ਉਚਰਨ ਵਾਲੇ ਸਭ ਪਵਿੱਤਰ ਆਤਮਿਕ ਜੀਵਨ ਵਾਲੇ ਹੋ ਜਾਂਦੇ ਨੇ। ਇਸ ਬਾਣੀ ਵਿੱਚ ਉਹਨਾਂ ਨੂੰ ਸਤਿਗੁਰੂ ਹੀ ਦਿਸਦਾ ਹੈ। ਗੁਰਦੇਵ ਪਾਤਸ਼ਾਹ ਕਹਿੰਦੇ ਨੇ ਹਰ ਪਾਸੇ ਸਤਿਗੁਰੂ ਵਸਿਆ ਹੋਇਆ ਨਜ਼ਰ ਆਉਂਦਾ ਹੈ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਗੁਰਦੇਵ ਪਾਤਸ਼ਾਹ ਅਨਹਦ ਦਾ ਅਰਥ ਕਰ ਰਹੇ ਨੇ ਇੱਕ ਰਸ, ਤੂਰੇ ਦਾ ਅਰਥ ਹੈ ਵਾਜੇ, ਮਨੋਰਥ ਦਾ ਅਰਥ ਹੈ ਮਨ ਦੀਆਂ ਦੌੜਾਂ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਹਨ ਕਿ ਜਿਹੜੇ ਬੰਦੇ ਗੁਰੂ ਦੀ ਚਰਨੀ ਲੱਗਦੇ ਹਨ ਉਹਨਾਂ ਦੇ ਅੰਦਰ ਇੱਕ ਰਸ ਖੁਸ਼ੀ ਦੇ ਵਾਜੇ ਵੱਜ ਪੈਂਦੇ ਨੇ, ਉਹਨਾਂ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ। ਆਤਮਿਕ ਖੇੜਾ ਕਹਿ ਲਈਏ, ਸਹਿਜ ਅਵਸਥਾ ਕਹਿ ਲਈਏ, ਅਡੋਲਤਾ ਕਹਿ ਲਈਏ। ਸੋ ਗੁਰੂ ਸਵਾਰਿਓ, ਸਤਿਗੁਰੂ ਪਾਤਸ਼ਾਹ ਜੀ ਨੇ ਜਿਹੜਾ ਹੈ ਇਸ ਪੌੜੀ ਵਿੱਚ, ਸਮੁੱਚੀ ਪੌੜੀ ਵਿੱਚ ਆਨੰਦ ਦੀ ਗੱਲ ਕਰ ਦਿੱਤੀ ਹੈ ਕਿ ਅਸਲ ਆਨੰਦ ਕੀ ਹੈ। ਔਰ ਜਦੋਂ ਆਨੰਦ ਪ੍ਰਾਪਤ ਹੋ ਜਾਏ ਤਾਂ ਫਿਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਫਿਰ ਦੁੱਖ ਰੋਗ ਸੰਤਾਪ ਸਭ ਕੁਝ ਉਤਰ ਜਾਂਦਾ ਹੈ। ਸੋ ਇੰਨੀ ਸੇਵਾ ਪ੍ਰਵਾਨ ਕਰ ਲੈਣੀ। ਬਹੁਤ ਕਾਲ ਦੇ ਵਿੱਚ ਇਹ ਸਿਲੇਬਸ ਪੂਰਾ ਕਰਾਇਆ ਹੈਗਾ, ਜਿਵੇਂ ਮਾਲਕ ਨੇ ਸੇਵਾ ਲਈ ਹੈ ਉਸ ਤਰ੍ਹਾਂ ਕੀਤੀ ਹੈ। ਸਾਡੇ ਕੋਲੋਂ ਬੇਅੰਤ ਭੁੱਲਾਂ ਹੋ ਜਾਣੀਆਂ ਸੁਭਾਵਿਕ ਜੀ ਗੱਲ ਹੈ। ਹੋ ਸਕਦਾ ਹੈ ਕਿ ਇਸ ਪੇਪਰ ਦੇਣ ਤੋਂ ਬਾਅਦ ਬਹੁਤਿਆਂ ਦਾ ਸਾਥ ਛੁੱਟ ਜਾਵੇ ਤੇ ਹੋ ਸਕਦਾ ਹੈ ਬਹੁਤ ਸਾਰਿਆਂ ਦਾ ਸਾਥ ਜਿਹੜਾ ਉਹ ਅੱਗੇ ਤੋਂ ਬਣਿਆ ਰਹੇ ਤਾਂ ਕਿ ਅਸੀਂ ਅਗਲੇ ਪੜਾਅ ਦੇ ਵਿੱਚ ਪਹੁੰਚੀਏ। ਔਰ ਸਾਰਿਆਂ ਵਾਸਤੇ ਅਰਦਾਸ ਹੈ ਕਿ ਸਾਰੇ ਵੱਧ ਤੋਂ ਵੱਧ ਮਿਹਨਤ ਕਰਕੇ ਤੁਸੀਂ ਅਗਲੇ ਪੜਾਅ ਵਿੱਚ ਪਹੁੰਚੋ। ਸੋ ਮੈਂ ਆਪਣੇ ਸਾਥੀਆਂ ਵੱਲੋਂ, ਜਿਨ੍ਹਾਂ ਵੱਲੋਂ ਕਲਾਸਾਂ ਲਗਾਈਆਂ ਗਈਆਂ, ਪ੍ਰਬੰਧ ਕੀਤਾ ਗਿਆ, ਕਿਉਂਕਿ ਬਾਰ-ਬਾਰ ਮੈਸੇਜ ਆਉਂਦੇ ਨੇ, ਕਈ ਵਾਰ ਡਿਸਟਰਬ ਹੀ ਹੁੰਦੇ ਹੋਣਗੇ, ਸੋ ਇਸ ਕਰਕੇ ਮੈਂ ਤੁਹਾਡੇ ਤੋਂ ਮਾਫੀ ਚਾਹੁੰਦਾ ਹੈਗਾ। ਸੋ ਇੱਥੇ ਹੀ ਸਾਡੀਆਂ ਭੁੱਲਾਂ ਨੂੰ ਖਿਮਾ ਕਰ ਦੇਣਾ ਜੀ। ਫਤਿਹ ਪ੍ਰਵਾਨ ਕਰ ਲੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ